ਸਟਾਰ ਟਾਕ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਸਟਾਰ ਟਾਕ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅਸੀਂ ਹਰ ਹਫਤੇ ਤੁਹਾਡੇ ਲਈ ਜਿਹੜੇ ਆਪਣੇ ਆਲੇ ਦੁਆਲੇ ਕੁਝ ਕਰੰਟ ਮਸਲੇ ਹੁੰਦੇ ਨੇ, ਮੁੱਦੇ ਹੁੰਦੇ ਨੇ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਇੱਕ ਜਿਹੜਾ ਬੜਾ ਭਖਮਾ ਮੁੱਦਾ ਪਿਛਲੇ 2-3 ਹਫ਼ਤਿਆਂ ਤੋਂ ਚੱਲ ਰਿਹਾ ਹੈ, ਉਹ ਹੈ ਜਿਹੜਾ ਜੀ ਟਰੱਕਰਜ਼ ਪ੍ਰੋਟੈਸਟ ਹੈ, ਜਿਹੜਾ ਜਿਹਨੂੰ ਕਿ ਫਰੀडम ਕਨਵੋਏ ਕਿਹਾ ਜਾ ਰਿਹਾ। ਸੋ ਇਸ ਸੰਬੰਧੀ ਹੈ, ਇਹ ਕੈਨੇਡਾ ਤੋਂ ਇੱਕ ਛੋਟੇ ਜਿਹੇ ਪ੍ਰੋਟੈਸਟ ਤੋਂ ਸ਼ੁਰੂ ਹੋ ਕੇ ਹੁਣ ਕਾਫੀ ਵੱਡਾ ਰੂਪ ਧਾਰਨ ਕਰ ਗਿਆ। 29 ਜਨਵਰੀ ਤੋਂ ਜਿਹੜੇ ਟਰੱਕਰਜ਼ ਨੇ ਉਹ ਆਟੋਆ ਵਿੱਚ ਬੈਠੇ ਨੇ। ਕਿਹਾ ਜਾ ਰਿਹਾ ਕਿ ਬਹੁਤ ਸਾਰੇ ਜਿਹੜੀ ਉਹਨਾਂ ਨੇ ਡਾਊਨਟਾਊਨ ਦੀਆਂ ਸੜਕਾਂ ਨੇ ਉਹ ਜਾਮ ਕੀਤੀਆਂ ਹੋਈਆਂ ਨੇ। ਸੋ ਤਕਰੀਬਨ ਕਾਫੀ ਸਮਾਂ ਹੋ ਗਿਆ ਉਹਨਾਂ ਨੂੰ ਉੱਥੇ ਬੈਠਿਆਂ ਨੂੰ, ਅਤੇ ਇਸ ਦਾ ਜਿਹੜਾ ਇੰਪੈਕਟ ਹੈ ਹੁਣ ਪੂਰੇ ਕੈਨੇਡਾ ਵਿੱਚ ਵੀ ਵੱਖ-ਵੱਖ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਜਿਹੜੇ ਹਰ ਸ਼ਹਿਰ ਦੇ ਵਿੱਚ ਤਕਰੀਬਨ ਜਿਹੜੇ ਵੱਡੇ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜੇ ਇਹ ਪ੍ਰੋਟੈਸਟ ਦੇਖਣ ਨੂੰ ਮਿਲੇ ਨੇ। ਅਤੇ ਦੂਸਰੇ ਪਾਸੇ ਜਿਹੜੀ ਗੱਲ ਹੈ ਕਿ ਜਿਹੜਾ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀ ਉਹ 2 ਮੰਤਵਾਂ ਨੂੰ ਲੈ ਕੇ ਸ਼ੁਰੂ ਹੋਇਆ ਸੀ। ਇੱਕ ਸੀਗਾ ਵੀ ਜਿਹੜਾ ਕੈਨੇਡੀਅਨ ਸਰਕਾਰ ਵੱਲੋਂ ਵੈਕਸੀਨ ਮੈਂਡੇਟ ਹੈ ਉਹਨੂੰ ਖ਼ਤਮ ਕੀਤਾ ਜਾਵੇ, ਅਤੇ ਦੂਸਰਾ ਜਿਹੜਾ ਵੈਕਸੀਨ ਪਾਸਪੋਰਟ ਹੈ ਉਹਨੂੰ ਖ਼ਤਮ ਕੀਤਾ ਜਾਵੇ। ਪਰ ਇਹ ਭਖਦਾ ਮਸਲਾ ਇਹ ਕਾਫੀ ਵੱਡਾ ਰੂਪ ਧਾਰਨ ਕਰ ਗਿਆ ਹੈ। ਸੋ ਇਹਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ। ਤਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ ਇਸ ਵਿੱਚ ਚਰਚਾ ਦੇ ਵਿੱਚ ਸ਼ਾਮਲ ਹੋਣ ਲਈ ਹਰਕੀਰਤ ਜੀ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਰ ਜੀ। ਹਰਕੀਰਤ ਜੀ, ਆਪਾਂ ਥੋੜ੍ਹੇ ਹੋਰ ਤੱਥ ਵੀ ਨਾਲ ਸਾਂਝੇ ਕਰਾਂਗੇ ਪ੍ਰੋਗਰਾਮ ਦੇ ਦੌਰਾਨ, ਪਰ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੇ ਹਾਂ ਵੀ ਜਿਹੜਾ ਇਹ ਪ੍ਰੋਟੈਸਟ ਸ਼ੁਰੂ ਹੋਇਆ ਸੀਗਾ, ਅਤੇ ਹੁਣ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਚਾਰ ਦੇਖਣ ਨੂੰ ਮਿਲ ਰਹੇ ਨੇ। ਨਵਾਂ ਸਰਵੇ ਵੀ ਆਇਆ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਜਿਹੜੇ 2/3 ਕੈਨੇਡੀਅਨ ਨੇ ਉਹ ਕਹਿ ਰਹੇ ਨੇ ਵੀ ਇਹ ਬਿਲਕੁਲ ਗਲਤ ਹੈ ਪ੍ਰੋਟੈਸਟ। ਕੁਝ ਜਿਹੜੇ ਲੋਕ ਨੇ ਉਹ ਕਹਿ ਰਹੇ ਨੇ ਵੀ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਵੀ ਹਾਂ। ਸੋ ਸਭ ਤੋਂ ਪਹਿਲਾਂ ਤੁਸੀਂ ਥੋੜ੍ਹੇ ਆਪਣੇ ਵਿਚਾਰ ਇਸ 'ਤੇ ਰੱਖੋ। ਸਿਮਰਤ ਜੀ, ਸ਼ਾਇਦ ਮੈਂ ਲੱਗਦਾ ਲਾਸਟ ਈਅਰ ਆਪਾਂ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ ਕਿ ਪੈਂਡੈਮਿਕ ਦੇ ਜਿਹੜੇ ਕੌਨਸੀਕੁਐਂਸਿਸ ਨੇ, ਜਿਹੜੇ ਆਮ ਲੋਕਾਂ ਦੇ ਉੱਪਰ ਜਿਹੜਾ ਉਹਨਾਂ ਦਾ ਇਫੈਕਟ ਪਏਗਾ, ਹਾਂਜੀ, ਉਹਨਾਂ ਦੇ ਮੈਂਟਲ ਹੈਲਥ ਦੇ ਉੱਪਰ, ਉਹਨਾਂ ਦੀ ਆਮ ਜ਼ਿੰਦਗੀ ਦੇ ਉੱਪਰ, ਉਹ ਹੌਲੀ ਹੌਲੀ ਆਪਾਂ ਨੂੰ ਨਜ਼ਰ ਆਉਣਾ ਸ਼ੁਰੂ ਹੋਏਗਾ। ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਾਰਾ ਪ੍ਰੋਟੈਸਟ ਦਾ ਹੈ ਸਾਰਾ ਕੁਝ, ਉਹ ਲੋਕਾਂ ਦੀ ਜਿਹੜੀ ਦਬੀ ਹੋਈ ਜਿੰਨੀਆਂ ਉਹ ਬੈਠੇ ਸੀ, ਉਹ ਦਬੇ ਬੈਠੇ ਸੀ, ਉਹ ਬਾਹਰ ਆ ਰਹੇ ਨੇ। ਜਦ ਕਿ ਇਹਦਾ ਸਿੱਧੇ ਡਾਇਰੈਕਟ ਤੌਰ ਦੇ ਉੱਪਰ ਦੇਖਿਆ ਜਾਵੇ ਕਿਸੇ ਨਾਲ ਕੋਈ ਕਨੈਕਸ਼ਨ ਨਹੀਂ ਹੈਗਾ। ਕਿਉਂਕਿ ਜਿਹੜੀ ਟਰੱਕਰ ਅਲਾਇੰਸ ਹੈ ਉਹਨੇ ਇਹ ਕਿਹਾ ਕਿ 90% ਆਫ ਦਾ ਜਿਹੜੇ ਟਰੱਕਰਜ਼ ਹੈ ਨੇ ਉਹ ਫੁੱਲੀ ਵੈਕਸੀਨੇਟਡ ਨੇ। ਹਾਂਜੀ, ਹੁਣ 10% ਦੀ ਜਿਹੜੇ ਟਰੱਕਰ ਇਹ ਸਾਰੀ ਗੱਲ ਹੋ ਰਹੀ ਹੈ ਜਾਂ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈਗਾ, ਜੋ ਟਰੱਕਰ ਇਹ ਚਾਹੁੰਦੇ ਨੇ ਕਿ ਜਿਹੜਾ ਮੈਂਡੇਟ ਨੂੰ ਖਤਮ ਕੀਤਾ ਜਾਵੇ, ਜਿਹੜਾ ਕਿ ਇੰਪੋਰਟੈਂਟ ਮੈਂਡੇਟ ਹੈ, ਜਿਹੜੇ ਕਿ US ਕੈਨੇਡਾ ਬਾਰਡਰ ਦੇ ਉੱਪਰ ਜਿਹੜੇ ਸਿਰਫ ਜੇ ਤੇਰੇ ਕੋਲ ਤੁਸੀਂ ਵੈਕਸੀਨੇਟਡ ਨਹੀਂ ਹੈਗੇ ਤਾਂ ਤੁਹਾਨੂੰ ਨਹੀਂ ਪਾਸ ਦਿੱਤਾ ਜਾਂਦਾ ਹੈ। ਅਤੇ ਇਹਦੇ 'ਚ ਮੈਂ ਹਰਕੀਰਤ ਜੀ ਥੋੜ੍ਹਾ ਜਿਹਾ ਨਾਲ ਜੋੜ ਦੇਵਾਂ ਵੀ ਪਿਛਲੇ ਸਾਲ ਪੈਂਡੈਮਿਕ ਦੇ ਦੌਰਾਨ ਦੋਨਾਂ ਦੇਸ਼ਾਂ ਨੇ, ਅਮਰੀਕਾ ਅਤੇ ਕੈਨੇਡਾ ਨੇ, ਜਿਹੜੀਆਂ ਇਹ ਸਪਲਾਈ ਚੇਨ ਨੂੰ ਚੱਲਦੀ ਰੱਖਣ ਦੇ ਲਈ ਜਿਹੜੇ ਟਰੱਕਰਜ਼ ਨੂੰ ਐਗਜ਼ੈਂਪਸ਼ਨ ਦਿੱਤੀਆਂ ਹੋਈਆਂ ਸੀ, ਜਿਹੜੀਆਂ ਕਿ ਕੈਨੇਡੀਅਨ ਪਾਸੇ ਉਹ 15 ਜਨਵਰੀ ਨੂੰ ਖਤਮ ਹੋ ਗਈਆਂ ਸੀ, ਅਤੇ ਅਮਰੀਕਾ ਦੇ ਵੱਲੋਂ ਉਹ 22 ਜਨਵਰੀ ਨੂੰ ਖਤਮ ਹੋ ਗਈਆਂ ਸੀ। ਪਰ ਉਸ ਤੋਂ ਬਾਅਦ ਫਿਰ ਜਿਹੜਾ ਇਹ ਮੈਂਡੇਟ ਚੱਲਿਆ ਸੀਗਾ ਵੀ ਟਰੱਕਰਜ਼ ਨੂੰ ਵੀ ਲਾਜ਼ਮੀ ਇਹ ਵੈਕਸੀਨ ਲਵਾਉਣੀ ਪਵੇਗੀ। ਹਾਂਜੀ, ਸੋ ਦੇਖਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਕਿ 10% ਟਰੱਕਰਜ਼ ਨੂੰ ਜੇ ਆਪਾਂ ਗੱਲ ਕਰੀਏ ਤਾਂ ਤਾਂ ਰੇਸ਼ੀਓ ਬਹੁਤ ਘੱਟ ਲੱਗਦੀ ਹੈਗੀ ਹੈ। ਹਾਂਜੀ, ਪਰ ਜੋ ਇਹਨੇ ਰੂਪ ਲਿਆ ਹੈਗਾ ਸਾਰੇ ਕੈਨੇਡਾ ਦੇ ਵਿੱਚ, ਜਾਂ ਜਿੱਥੋਂ ਚੱਲੀ ਇਹ ਜਾਂ ਜੇ ਆਟੋਆ ਦਾ ਜੋ ਉਹਨਾਂ ਨੇ ਹੱਲ ਕੀਤਾ ਹੈ, ਸੋ ਇਹ ਕਿਤੇ ਮੈਨੂੰ ਲੱਗਦਾ ਫਰਸਟ੍ਰੇਸ਼ਨ ਨਜ਼ਰ ਆਉਂਦੀ ਹੈਗੀ ਹੈ ਜਿਹੜੀ ਆਮ ਜਨਤਾ। ਕਿਉਂਕਿ ਦੇਖੋ ਕੋਈ ਵੀ ਹੈ, ਜੇ ਆਪਾਂ ਗੱਲ ਕਰੀਏ ਕਿ ਓਮਨੀਕਰੋਨ ਹੁਣ ਲੇਟੈਸਟ ਆਇਆ ਹੈਗਾ ਤਾਂ ਉਹ ਕਿੱਦਾਂ ਸਬਡਿਊ ਹੋ ਰਿਹਾ ਹੈ। ਇਟ ਇਜ਼ ਆਲਮੋਸਟ ਟਾਈਮ ਜਿੱਥੇ ਕਿ ਸਾਰਾ ਕੁਝ ਇਹ ਨਾਰਮਲ ਹੁੰਦਾ ਜਾ ਰਿਹਾ ਹੈ। ਇਸ ਸਟੇਜ 'ਤੇ ਆ ਕੇ ਇਸ ਚੀਜ਼ ਨੂੰ ਆਪਾਂ ਜੋ ਪ੍ਰੋਟੈਸਟ ਨੂੰ ਆਪਾਂ ਕਿੱਧਰਲੇ ਪਾਸੇ ਲੈ ਕੇ ਜਾ ਰਹੇ ਹਾਂ, ਜੋ ਸਾਡੀ ਕੈਨੇਡਾ ਦੀ ਇਮੇਜ ਹੈ ਉਹਨੂੰ ਕੀ ਇਹਦਾ ਨਜ਼ਰ ਆ ਰਿਹਾ ਆਪਾਂ ਨੂੰ, ਅਤੇ ਉਹ ਇਹ ਸਾਰਾ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਇਸ ਚੀਜ਼ ਦੇ ਵਿੱਚ। ਨਾਲੇ ਹਰਕੀਰਤ ਜੀ ਗੱਲ ਇਹ ਵੀ ਆ, ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕੈਨੇਡੀਅਨ ਟਰੱਕਿੰਗ ਅਲਾਇੰਸ ਦੀ, ਉਹ ਕੈਨੇਡਾ ਦੀ ਸਭ ਤੋਂ ਵੱਡੀ ਜਿਹੜੀ ਟਰੱਕਿੰਗ ਐਸੋਸੀਏਸ਼ਨ ਹੈ ਉਹਦੇ ਵੱਲੋਂ ਸ਼ੁਰੂ ਤੋਂ ਨਹੀਂ ਇਹਦਾ ਜਿਹੜਾ ਸਾਥ ਦਿੱਤਾ ਗਿਆ। ਉਸ ਤੋਂ ਇਲਾਵਾ ਹੋਰ ਜਿਹੜੇ ਛੋਟੇ-ਮੋਟੇ ਟਰੱਕਿੰਗ ਗਰੁੱਪ ਨੇ ਉਹਨਾਂ ਵੱਲੋਂ ਵੀ ਇਸ ਦਾ ਵਿਰੋਧ ਕੀਤਾ ਗਿਆ। ਜਿਹੜੀ ਅੰਟਾਰੀਓ ਟਰੱਕਿੰਗ ਐਸੋਸੀਏਸ਼ਨ ਹੈ ਉਹਦੇ ਵੱਲੋਂ ਵੀ ਇਸ ਦਾ ਹੁਣ ਵਿਰੋਧ ਕੀਤਾ ਜਾ ਰਿਹਾ, ਸਾਈਡਲਾਈਨ ਹੋ ਗਏ ਉਹ ਵੀ। ਈਵਨ ਜਿਹੜੀ NDP ਪਾਰਟੀ ਹੈ ਉਹ ਲਗਾਤਾਰ ਇਹਦਾ ਵਿਰੋਧ ਕਰ ਰਹੀ ਹੈ। ਜਿਹੜੀ ਲਿਬਰਲ ਸਰਕਾਰ ਹੈ, ਜਸਟਿਨ ਟਰੂਡੋ, ਜਦੋਂ ਤੋਂ ਇਹ ਸ਼ੁਰੂ ਹੋਇਆ ਪ੍ਰੋਟੈਸਟ, ਉਦੋਂ ਤੱਕ ਉਹਨਾਂ ਨੇ ਕੋਈ ਆਪਣੇ ਬਿਆਨ ਹੀ ਨਹੀਂ ਦਿੱਤਾ।
ਹੁਣ ਕਿਉਂਕਿ ਉਹਨੂੰ ਪੋਜ਼ਿਟਿਵ ਹੋ ਗਿਆ ਸੀ ਕਰੋਨਾ, ਤੇ ਹੁਣ ਜਦੋਂ ਉਹ ਬਾਹਰ ਆਏ ਨੇ ਇਕਾਂਤਵਾਸ ਤੋਂ, ਹੁਣ ਜਿਹੜਾ ਕੱਲ੍ਹ ਡਿਬੇਟ ਹੋਈ ਆ ਸੰਸਦ ਦੇ ਵਿੱਚ, ਉਹਨਾਂ ਨੇ ਸਿਰਫ ਇਹ ਕਿਹਾ ਵੀ ਇਹਨਾਂ ਨੂੰ ਹੁਣ ਵਾਪਸ ਜਾਣਾ ਚਾਹੀਦਾ। ਬਿਲਕੁਲ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦ ਆਪਾਂ ਕੋਈ ਵੀ ਮੂਵਮੈਂਟ ਸ਼ੁਰੂ ਹੁੰਦੀ ਹੈ ਹਾਂਜੀ, ਤਾਂ ਉਹਦੇ 'ਚ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਆਪਣੀ ਮਾਈਲੇਜ ਲੈਣ ਵਾਸਤੇ ਜਾਂ ਜਿਹੜਾ ਆਪਣਾ ਫਾਇਦਾ ਲੈਣ ਵਾਸਤੇ ਉਹਦੇ 'ਚ ਆ ਜਾਂਦੇ ਨੇ, ਉਹਨੂੰ ਨਾਲ ਜੋੜ ਲੈਂਦੇ ਨੇ। ਤਾਂ ਜਦ ਉਹਨੂੰ ਸ਼ਕਲ ਜਿਹੜੀ ਅਲਟੀਮੇਟਲੀ ਯਾਰ ਸ਼ਕਲ ਬਾਹਰ ਆਉਂਦੀ ਹੈ ਉਸ ਪ੍ਰੋਟੈਸਟ ਦੀ, ਤਾਂ ਕੁਝ ਹੋਰ ਹੀ ਬਣ ਜਾਂਦਾ ਉਸ ਚੀਜ਼ ਦਾ। ਹੁਣ ਕਿਸੇ ਮੈਂ ਇੱਕ ਗੱਲ ਪੜ੍ਹ ਰਿਹਾ ਸੀ ਕਿਸੇ ਜਗ੍ਹਾ ਤੇ, ਉਹ ਕਹਿੰਦੇ ਵੀ ਜੇ ਸਪੋਜ਼ ਕਰੋ ਕੱਲ੍ਹ ਨੂੰ ਜਿਹੜੇ ਸਾਡੇ ਹੈਲਥ ਵਰਕਰ ਨੇ ਉਹ ਕਹਿਣ ਵੀ ਅਸੀਂ ਇੱਕ ਦਿਨ ਤੇ ਸਟ੍ਰਾਈਕ ਤੇ ਚਲੇ ਜਾਂਦੇ ਆ, ਤਾਂ ਕੀ ਲੋਕ ਉਹਨੂੰ ਸਪੋਰਟ ਕਰਨਗੇ? ਸੋ ਇਹ ਇੱਕ ਹਰ ਬੰਦੇ ਦਾ ਆਪਣਾ ਪਰਸਨਲ ਚੀਜ਼ ਹੈ ਵੀ ਜੇ ਤੁਸੀਂ ਲਵਾਉਣਾ ਨਹੀਂ ਲਵਾਉਣਾ, ਉਹ ਤਾਂ ਵੈਕਸੀਨ ਲਵਾਉਣਾ ਨਹੀਂ ਲਵਾਉਣਾ ਬਹੁਤ ਪਰਸਨਲ ਹੈ। ਪਰ ਜੇ ਤੁਹਾਡੇ ਨਾ ਲਵਾਉਣ ਦੇ ਨਾਲ ਤੁਸੀਂ ਬਾਕੀ ਤੁਹਾਡੇ ਆਪਣਿਆਂ ਨੂੰ ਜਾਂ ਕਿਸੇ ਹੋਰ ਨੂੰ ਤੁਸੀਂ ਇਫੈਕਟ ਹੋ ਰਿਹਾ, ਉਹਨਾਂ ਦੀ ਲਾਈਫ ਤੇ ਇੱਕ ਲਾਈਫ ਥ੍ਰੈਟਨਿੰਗ ਸਿਚੁਏਸ਼ਨ ਵਿੱਚ ਆਪ ਪਾ ਦਿੰਦੇ ਹੋ, ਤਾਂ ਤੁਹਾਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ। ਹਰਕਿਰਤ ਜੀ, ਇਹਦੇ ਵਿੱਚ ਜਦੋਂ ਆਮ ਲੋਕਾਂ ਨਾਲ ਗੱਲ ਕਰਦੇ, ਬਹੁਤ ਸਾਰੇ ਲੋਕ ਇਹਦੇ ਤੇ ਇਹ ਵੀ ਤਰਕ ਦਿੰਦੇ ਨੇ ਵੀ ਜਿਹੜੇ ਲੋਕ ਚਾਹੁੰਦੇ ਨੇ, ਕਹਿੰਦੇ ਨੇ ਵੀ ਅਸੀਂ ਵੈਕਸੀਨ ਨਹੀਂ ਲਵਾਉਣੀ, ਅਲਟੀਮੇਟਲੀ ਜਦੋਂ ਹੁਣ ਪਿੱਛੇ ਜੇ ਆਪਾਂ ਜਿਹੜੀਆਂ ਖਬਰਾਂ 'ਚ ਵੀ ਦੇਖਦੇ ਰਹੇ ਹਾਂ ਵੀ ਜਿਹੜੇ ਹਸਪੀਟਲ ਜਿਹੜੇ ਲੋਕ ਜਾ ਰਹੇ ਸੀ ਉਹਨਾਂ ਦੇ ਵਿੱਚ ਜ਼ਿਆਦਾ ਉਹ ਲੋਕ ਸੀ ਜਿਨ੍ਹਾਂ ਦੇ ਵੈਕਸੀਨ ਨਹੀਂ ਸੀ ਲੱਗੀ। ਉਹ ਕਹਿੰਦੇ ਨੇ ਵੀ ਜੇ ਤੁਸੀਂ ਵੈਕਸੀਨ ਕਹਿ ਰਹੇ ਹੋ ਵੀ ਸਾਡਾ ਨਿੱਜੀ ਫੈਸਲਾ ਹੈ, ਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਫਿਰ ਤੁਸੀਂ ਉਸੇ ਹੀ ਉਹਨਾਂ ਹਸਪੀਟਲ ਦੇ ਵਿੱਚ ਕਿਉਂ ਜਾਂਦੇ ਹੋ ਜਿੱਥੇ ਕਿਹਾ ਜਾ ਰਿਹਾ ਸਰਕਾਰ ਵੱਲੋਂ ਵੀ ਤੁਸੀਂ ਵੈਕਸੀਨ ਲਵਾਓ? ਬਿਲਕੁਲ। ਸੋ ਮੈਂ ਇਹ ਗੱਲ ਬਿਲਕੁਲ ਸਹੀ ਹੈ ਕਿ ਤੁਹਾਡੇ ਆਪਣਾ ਰਾਈਟ ਹੋਣਾ ਚਾਹੀਦਾ ਹੈ। ਹਾਂਜੀ, ਤੁਸੀਂ ਇਹ ਜ਼ਰੂਰ ਨਹੀਂ ਲਵਾਉਣਾ, ਨਾ ਲਵਾਉਣਾ ਤੁਹਾਡੀ ਆਪਣੀ ਮਰਜ਼ੀ ਹੈ। ਲੇਕਿਨ ਜਿੱਥੇ ਪਬਲਿਕ ਹੈਲਥ ਸੇਫਟੀ ਦੀ ਗੱਲ ਆ ਜਾਂਦੀ ਹੈਗੀ ਹੈ, ਜਾਂ ਜਿੱਥੇ ਤੁਹਾਡੇ ਆਪਣਿਆਂ ਦੀ ਸੇਫਟੀ ਦੀ ਗੱਲ ਆ ਜਾਂਦੀ ਹੈ, ਤੁਹਾਡੇ ਬੱਚਿਆਂ ਦੀ, ਤੁਹਾਡੇ ਬਜ਼ੁਰਗਾਂ ਦੀ ਸੇਫਟੀ ਦੀ ਗੱਲ ਆ ਜਾਂਦੀ ਹੈਗੀ ਹੈ, ਫਿਰ ਇਹ ਗੱਲ ਤੁਹਾਡੀ ਆਪਣੀ ਪਰਸਨਲ ਨਹੀਂ ਰਹਿ ਜਾਂਦੀ ਹੈਗੀ। ਔਰ ਫਿਰ ਦੂਸਰੀ ਗੱਲ ਇਹ ਹੈ ਕਿ ਜਦ ਇਹ ਸਾਰਾ ਕੁਝ ਹੋ ਰਿਹਾ ਹੈਗਾ ਔਰ ਅਲਟੀਮੇਟਲੀ ਵੀ ਆਰ ਜਸਟ ਦ ਬ੍ਰਿੰਕ ਆਫ ਕਿ ਸਾਰਾ ਕੁਝ ਖਤਮ ਹੋ ਜਾਏਗਾ, ਅਸੀਂ ਨੋਰਮਲਾਈਜ਼ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਜਗ੍ਹਾ ਤੇ ਇਸ ਚੀਜ਼ ਦਾ ਆਉਣਾ ਕਿਤੇ ਨਾ ਕਿਤੇ ਕੋਈ ਹੋਰ ਇਸ਼ਾਰਾ ਕਰਦਾ ਕਿ ਕਿਤੇ ਨਾ ਕਿਤੇ ਪੋਲੀਟੀਕਲ ਜਿਹੜੀ ਹੈ, ਲੋਕ ਉਹ ਪੋਲੀਟੀਕਲ ਆਪਣੀ ਮਾਈਲੇਜ ਲੈਣ ਦੀ ਗੱਲ ਕਰ ਰਹੇ ਨੇ ਇਸ ਚੀਜ਼ ਦੇ ਵਿੱਚ। ਨਾਲੇ ਦੇਖੋ ਜਦੋਂ ਇਹ ਸ਼ੁਰੂ ਹੋਇਆ ਆਪਣੇ ਹਰਕਿਰਤ ਜੀ 29 ਜਨਵਰੀ ਨੂੰ, ਜਦੋਂ ਉੱਥੇ ਵੱਡਾ ਪ੍ਰੋਟੈਸਟ ਹੋਇਆ ਓਟਾਵਾ ਦੇ ਵਿੱਚ, ਤੇ ਉਹ ਪ੍ਰੋਟੈਸਟ ਜਦੋਂ ਇਹ ਹੁਣ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਦੇ ਪ੍ਰੋਟੈਸਟ ਆਪਾਂ ਸਮਝਦੇ ਹਾਂ ਵੀ ਇਹ ਸ਼ਾਂਤਮਈ ਹੋਣਗੇ। ਬਿਲਕੁਲ ਜੀ। ਪਰ ਜੋ ਕੁਝ ਉੱਥੇ ਕੀਤਾ ਗਿਆ ਇਹਨਾਂ ਵੱਲੋਂ, ਜਿਹੜੇ ਕੈਨੇਡੀਅਨ ਹੀਰੋ ਨੇ ਟੈਰੀ ਫੌਕਸ, ਉਹਨਾਂ ਦਾ ਜਿਹੜਾ ਮੋਨੂਮੈਂਟ ਹੈ, ਸਟੈਚੂ ਹੈ, ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਜਿਹੜਾ ਨੈਸ਼ਨਲ ਵਾਰ ਮੈਮੋਰੀਅਲ ਹੈ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਇੱਕ ਜਿਹੜਾ ਉੱਥੇ ਅਨਨੋਨ ਸੋਲਜਰਸ ਨੇ ਉਹਨਾਂ ਦਾ ਜਿਹੜਾ ਮਕਬਰਾ ਬਣਿਆ ਉਹਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਜਿੰਨੇ ਵੀ ਹੋਰ ਐਮਰਜੈਂਸੀ ਵਹੀਕਲ ਨੇ, ਹੋਰ ਜਿਹੜੀਆਂ ਭੰਨਤੋੜ ਸਿਟੀ ਦੇ ਵਿੱਚ ਕੀਤੀ ਗਈ। ਤੇ ਤੁਹਾਨੂੰ ਯਾਦ ਹੋਣਾ 15 ਜਨਵਰੀ ਤੋਂ ਜਿਹੜੇ ਇਹ ਟਰੱਕਰ ਜਿਹੜਾ ਇਹਨੂੰ ਇਹ ਕੈਨੇਡਾ ਯੂਨਿਟੀ ਵੱਲੋਂ ਜਿਹੜਾ ਸ਼ੁਰੂ ਕੀਤਾ ਗਿਆ ਸੀ ਇਹ ਪ੍ਰੋਟੈਸਟ, ਤੇ 15 ਜਨਵਰੀ ਤੋਂ ਇਹਨਾਂ ਨੇ ਗੋ ਫੰਡਮੀ ਤੇ ਜਿਹੜਾ ਆਹ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਂਜੀ। ਸੋ ਅਲਟੀਮੇਟਲੀ ਸਰਕਾਰ ਵੱਲੋਂ ਜਾਂ ਜਿਹੜੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨੇ ਗੋ ਫੰਡਮੀ ਨੂੰ ਜਿਹੜੇ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਵੀ ਇਹ ਵਾਇਲੈਂਟ ਹੈ, ਇਹਨਾਂ ਨੇ ਜਿਹੜੇ ਪੀਸਫੁਲ ਪ੍ਰੋਟੈਸਟ ਦੇ ਜਿਹੜੇ ਰੂਲ ਭੰਗ ਕੀਤੇ ਨੇ। ਤੋਂ ਅਲਟੀਮੇਟਲੀ ਜਿਹੜਾ ਉਹਨਾਂ ਨੇ ਉਹ ਹੁਣ ਅਕਾਊਂਟ ਸਸਪੈਂਡ ਕਰ ਦਿੱਤਾ। ਉਹਦੇ ਵਿੱਚ ਸ਼ਾਇਦ 10 ਮਿਲੀਅਨ ਤੱਕ ਉਹਨਾਂ ਨੇ ਇਕੱਠੇ ਹੋ ਗਏ ਸੀ। ਹਾਂਜੀ। ਤੋਂ 9 ਮਿਲੀਅਨ ਉਹ ਕਹਿੰਦੇ ਅਸੀਂ ਵਾਪਸ ਕਰ ਦਾਂਗੇ, ਜਾਂ ਜੇ ਵਾਪਸ ਜਿਹਨਾਂ ਨੂੰ ਲਿਆ ਉਹਨਾਂ ਤੋਂ ਵਾਪਸ ਕਰ ਦਾਂਗੇ, ਜਾਂ ਫਿਰ ਇਹ ਕਿਸੇ ਚੈਰਿਟੀ ਨੂੰ ਦੇ ਦਿੱਤਾ ਜਾਏਗਾ। ਅੱਛਾ, ਇੱਕ ਤੁਸੀਂ ਇਹਦੇ ਤੇ ਆਪਣਾ ਤੁਸੀਂ ਦੱਸੋ ਵੀ ਤੁਹਾਡੇ ਕੀ ਵਿਚਾਰ ਨੇ? ਜਿਵੇਂ ਕਿ ਹੁਣ ਇਹ ਟਰੱਕਿੰਗ ਜਿਹੜਾ ਪ੍ਰੋਟੈਸਟ ਹੋਇਆ ਇਹ ਵਾਇਲੈਂਟ ਹੋਇਆ। ਇਸ ਤੋਂ ਇਲਾਵਾ ਪਹਿਲਾਂ ਜਿਹੜੇ ਅਮਰੀਕਾ 'ਚ ਹੋਏ ਸੀ, ਜਿਹੜਾ ਹੁਣ ਕੈਪੀਟਲ ਹਿੱਲ ਤੇ ਰਾਈਟ ਹੋਏ ਸੀ, ਉਸ ਤੋਂ ਪਹਿਲਾਂ ਜਿਹੜਾ ਬਲੈਕ ਲਾਈਫ ਮੈਟਰਸ, ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਇਹ ਵਾਇਲੈਂਸ ਵੱਡੇ ਪੱਧਰ ਤੇ ਦੇਖਣ ਨੂੰ ਮਿਲੀ ਹੈ। ਹੁਣ ਜਿਹੜਾ ਇਹ ਪ੍ਰੋਟੈਸਟ ਹੈ ਇਹਨੂੰ ਵੀ ਉਸੇ ਦੇ ਨਾਲ ਹੀ ਜੋੜਿਆ ਜਾ ਰਿਹਾ ਹੈ ਵੀ ਇਹ ਪ੍ਰੋਟੈਸਟ ਆਪਣੀ ਜਿਹੜੀ ਮੰਗਾਂ ਨੂੰ ਲੈ ਕੇ ਘੱਟ ਹੈ, ਹੁਣ ਇਹ ਕੋਈ ਹੋਰ ਰੂਪ ਧਾਰਨ ਕਰਦਾ ਜਾ ਰਿਹਾ। ਸਿਮਰਤ ਜੀ, ਮੈਂ ਸ਼ਾਇਦ ਜਦ ਵੀ ਇਹ ਆਪਾਂ ਗੱਲ ਕਰਦੇ ਹੁੰਦੇ ਹੈਗੇ ਆ, ਜਾਂ ਆਪਾਂ ਕਿਸੇ ਵੀ ਪ੍ਰੋਟੈਸਟ ਦੀ ਗੱਲ ਕਰਦੇ ਹਾਂ, ਕਿਸੇ ਵੀ ਅਨਰੈਸਟ ਦੀ ਗੱਲ ਕਰਦੇ ਹਾਂ, ਜਾਂ ਕਿਸੇ ਵੀ ਆਪਾਂ ਅੰਦੋਲਨ ਦੀ ਗੱਲ ਕਰਦੇ ਹਾਂ, ਚਾਹੇ ਉਹ ਇੰਡੀਆ ਦਾ ਫਾਰਮਰ ਅੰਦੋਲਨ ਹੋਇਆ, ਚਾਹੇ ਉਹ ਬਲੈਕ ਲਾਈਫ ਮੈਟਰ ਦਾ ਅੰਦੋਲਨ ਹੋਇਆ, ਚਾਹੇ ਹੁਣ ਇਹ ਹੋਇਆ, ਜਦ ਇਹ ਸ਼ੁਰੂ ਹੁੰਦਾ ਉਹਦੀ ਰੂਪਰੇਖਾ ਬਿਲਕੁਲ ਡਿਫਰੈਂਟ ਹੁੰਦੀ ਹੈ, ਫਿਰ ਬਾਅਦ ਵਿੱਚ ਉਹ ਬਦਲ ਜਾਂਦਾ ਹੈਗਾ। ਔਰ ਕਿਤੇ ਨਾ ਕਿਤੇ ਜਾ ਕੇ ਮੈਨੂੰ ਇਹ ਲੱਗਦਾ ਕਿ ਸ਼ਾਇਦ ਸਾਨੂੰ ਰੂਟ ਲੈਵਲ ਦੇ ਉੱਪਰ ਇਹ 'ਤੇ ਗੱਲ ਕਰਨੀ ਪੈਣੀ ਹੈ। ਕਿਤੇ ਇਸ ਦੀ ਜ਼ਰੂਰ ਸਟੱਡੀ ਹੋਣੀ ਚਾਹੀਦੀ ਹੈ ਕਿ ਆਮ ਲੋਕਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈਗਾ। ਆਪਾਂ ਬਾਰ-ਬਾਰ ਇੱਕ ਮੈਂਟਲ ਹੈਲਥ ਦੀ ਗੱਲ ਕਰਦੇ ਹੈਗੇ, ਬਾਰ-ਬਾਰ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਸ਼ਾਂਤੀ ਪ੍ਰਿਯ ਹੁੰਦੇ ਹੋਏ ਅਸੀਂ ਆਪਣੇ ਆਪ ਜਿਹੜਾ ਮਨ ਹੈ ਉਹਨੂੰ ਸ਼ਾਂਤ ਰੱਖਣ ਦੀ ਬਜਾਏ ਅਸੀਂ ਕਿਵੇਂ ਹੌਲੀ ਸਾਡੇ ਵਿੱਚ ਜਿਹੜਾ ਘਰ ਕਰ ਰਿਹਾ ਹੈ ਉਹ ਵਾਇਲੈਂਸ ਜਿਹੜਾ ਹੈ ਉਹ ਘਰ ਕਰ ਰਿਹਾ ਹੈ, ਫਰਸਟ੍ਰੇਸ਼ਨ ਜਿਹੜੀ ਹੈ ਘਰ ਕਰ ਰਿਹਾ ਹੈ। ਸੋ ਮੈਂ ਇਹ ਚੀਜ਼ ਜ਼ਰੂਰ ਗੱਲ ਕਰਨੀ ਚਾਹਾਂਗਾ, ਕਿਤੇ ਨਾ ਕਿਤੇ ਸਾਨੂੰ ਇਸ 'ਤੇ ਬਹੁਤ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ ਰਾਈਟ ਨਾਓ, ਕਿਉਂਕਿ
ਅੱਜ ਜੋ ਆਪਾਂ ਗੱਲ ਕਰਦੇ ਹਾਂ, ਚਾਹੇ ਉਹਨੂੰ ਸੋਸ਼ਲ ਮੀਡੀਆ ਦੀ ਗੱਲ ਕਰੀਏ ਹੈਗੇ, ਜੋ ਹੁਣ ਦੇਖੋ ਇਹਦੀ ਵੀ ਜਿਹੜੀ ਬਹੁਤ ਸਾਰੇ ਇੱਕ ਸਾਹਮਣੇ ਜਿਹੜੇ ਪੁਆਇੰਟ ਸਾਹਮਣੇ ਆਉਂਦੇ ਨੇ, ਹਾਂਜੀ, ਬਹੁਤ ਸਾਰੇ ਰੂਪ ਸਾਹਮਣੇ ਆਉਂਦੇ ਨੇ, ਔਰ ਜਿਹੜੇ ਉਹਨਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦਾ ਜਿਹੜਾ ਜ਼ਰੀਆ ਹੈ ਉਹ ਤਾਂ ਸੋਸ਼ਲ ਮੀਡੀਆ ਹੈ। ਹੁਣ ਔਰ ਦੂਸਰੀ ਗੱਲ ਇਹ ਕਿ ਸੋਸ਼ਲ ਮੀਡੀਆ ਤੁਹਾਨੂੰ ਉਹ ਚੀਜ਼ ਹੀ ਦਿਖਾਉਣ ਦੀ ਕੋਸ਼ਿਸ਼ ਕਰਦਾ ਜੋ ਤੁਸੀਂ ਦੇਖਣਾ ਚਾਹੁੰਦੇ ਹੋ। ਬਿਲਕੁਲ। ਸੋ ਤੁਹਾਡਾ ਜਿਹੜਾ ਮਾਈਂਡ ਹੈ, ਤੁਹਾਡਾ ਜਿਹੜਾ ਮਾਈਂਡ ਸੈੱਟ ਹੈ, ਉਹ ਆਟੋਮੈਟਿਕਲੀ ਉਸ ਪਾਸੇ ਡਾਇਵਰਟ ਹੋ ਜਾਂਦਾ। ਜੋ ਤੁਸੀਂ ਇੱਕ ਵਾਰ ਕੋਈ ਚੀਜ਼ ਦੇਖਣ ਲੱਗ ਜਾਂਦੇ ਹੋ, ਦੈਨ ਯੂ ਗੋ ਔਨ ਡੂਇੰਗ ਇਟ ਅਗੇਨ ਐਂਡ ਅਗੇਨ। ਔਰ ਅਲਟੀਮੇਟਲੀ ਜਦ ਤੁਸੀਂ ਕੋਈ ਵੀ ਚੀਜ਼ ਹੈ, ਕੋਈ ਵੀ ਤੁਸੀਂ ਪੱਖਵਾਦੀ ਹੋ ਜਾਂਦੇ ਹੋ ਉਸ ਪਾਸੇ। ਸੋ ਸਾਨੂੰ ਇੱਥੇ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ ਕਿ ਅਸੀਂ ਪੱਖਵਾਦੀ ਨਾ ਹੋਈਏ, ਅਸੀਂ ਰੈਸ਼ਨਲਾਈਜ਼ ਦੇਖੀਏ, ਰੈਸ਼ਨਲ ਦੇਖੀਏ ਕਿ ਕਿਹੜੀ ਚੀਜ਼ ਵਾਕਈ ਸਹੀ ਹੈ, ਕਿਹੜੀ ਚੀਜ਼ ਵਾਕਈ ਹੀ ਗਲਤ ਹੈ। ਸੋ ਇਹਦੇ 'ਚ ਆਪਾਂ ਜ਼ਰੂਰ ਵਿਚਾਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ, ਕੋਈ ਵੀ ਚੀਜ਼ ਦੇਖਣ ਤੋਂ ਪਹਿਲਾਂ, ਕਿ ਇਹ ਚਾਹੇ ਉਹ ਟਰੱਕਿੰਗ ਦੀ ਗੱਲ ਹੈ, ਚਾਹੇ ਉਹ ਕੋਈ ਵੀ ਗੱਲ ਹੈ, ਤਾਂ ਇਹਦੇ ਵਿੱਚ ਕਿ ਕਿਹੜੀ ਚੀਜ਼ ਸਹੀ ਹੈ, ਗਲਤ, ਜਿਹੜੀ ਇਹਦਾ ਜਿਹੜਾ ਆਪਾਂ ਨੂੰ ਹਰ ਬੰਦੇ ਨੂੰ ਇੱਕ ਵਿਚਾਰਮਤ ਕਰਕੇ ਸੋਚਣਾ ਚਾਹੀਦਾ ਹੈਗਾ ਵੀ ਕੀ ਇਹਦੇ ਵਾਕਈ ਸਹੀ ਹੈ ਜਾਂ ਗਲਤ ਹੈ। ਬਿਲਕੁਲ ਜੀ। ਆਪਾਂ ਹਰਕੀਰਤ ਜੀ ਚਰਚਾ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਇੱਕ ਛੋਟਾ ਜਿਹਾ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਤੇ ਇਸ ਚਰਚਾ ਨੂੰ ਇਸੇ ਤਰ੍ਹਾਂ ਹੀ ਅੱਗੇ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਸਟਾਰ ਟਾਕ ਪੰਜਾਬ ਸਟਾਰ ਟੀਵੀ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਜਿਹੜਾ ਟਰੱਕਰਸ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਆਟਵਾ ਦੇ ਵਿੱਚ, ਉਹ ਲਗਾਤਾਰ ਅਜੇ ਵੀ ਜਾਰੀ ਹੈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਸ 'ਤੇ ਕੋਈ ਵੀ ਗੱਲਬਾਤ, ਖਾਸ ਕਰਕੇ ਸਰਕਾਰ ਵੱਲੋਂ ਇਸ 'ਤੇ ਕੋਈ ਗੱਲਬਾਤ ਨਹੀਂ ਕੀਤੀ ਗਈ। ਜੋ ਪ੍ਰੋਟੈਸਟ ਹੈ ਇਸ ਤਰ੍ਹਾਂ ਦਾ ਰੂਪ ਧਾਰਨ ਕਰ ਗਿਆ ਹੈ ਕਿ ਜਿਹੜਾ ਆਟਵਾ ਦੇ ਮੇਅਰ ਨੇ ਉਹਨਾਂ ਨੂੰ ਸਟੇਟ ਆਫ ਐਮਰਜੈਂਸੀ ਐਲਾਨਣੀ ਪਈ। ਇਸ ਤੋਂ ਇਲਾਵਾ ਇੱਕ ਨਾਲ ਹੋਰ ਜਿਹੜੀ ਵੱਡੀ ਜਿਹੜੇ ਇਹਦੇ ਵਿੱਚ ਡਿਵੈਲਪਮੈਂਟ ਹੋਈ ਹੈ ਉਹ ਇਹ ਹੋਈ ਹੈ ਵੀ ਆਟਵਾ ਦੇ ਵਿੱਚ ਕੁਝ ਜਿਹੜੇ ਉੱਥੇ ਦੇ ਸ਼ਹਿਰੀ ਨੇ ਉਹਨਾਂ ਵੱਲੋਂ ਜਿਹੜੇ ਇਹ ਟਰੱਕਰਸ ਦੀ ਜਿਹੜੀ ਆਰਗੇਨਾਈਜ਼ਰ ਨੇ ਉਹਨਾਂ 'ਤੇ ਲਾਅ ਸੂਟ ਕੀਤਾ ਗਿਆ ਤਕਰੀਬਨ $9.8 ਮਿਲੀਅਨ ਦਾ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਇਸ ਦੇ ਨਾਲ ਜਿਹੜੀ ਸਾਨੂੰ ਲੋੜ ਤੋਂ ਵੱਧ ਸਟ੍ਰੈਸ ਮਿਲੀ ਹੈ, ਜਿਹੜੀ ਸਾਡੀ ਪ੍ਰਾਈਵੇਸੀ ਭੰਗ ਹੋਈ ਹੈ, ਬੱਚਿਆਂ ਨੂੰ ਜਾਂ ਹੋਰ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਕਾਫੀ ਜਿਹੜੀ ਇਸ ਤੋਂ ਦਿੱਕਤ ਹੋਈ ਹੈ। ਸੋ ਇਹ ਹੁਣ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਵੀ ਇਹ ਜਿਹੜੀ ਗੱਲ ਕਿਸ ਪਾਸੇ ਨੂੰ ਜਾਂਦੀ ਹੈ। ਜਿਹੜਾ ਲਾਅ ਸੂਟ ਹੈ ਉਹਨਾਂ ਨੇ ਇਹ ਕੀਤਾ, ਉਹਨਾਂ ਨੇ ਓਪਨ ਰੱਖਿਆ ਵੀ ਜਿਨ੍ਹਾਂ ਨੂੰ ਵੀ ਇਸ ਤੋਂ ਹੋਰ ਜਿਹੜੇ ਪ੍ਰਭਾਵਿਤ ਹੋਏ ਨੇ ਉਹ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਤੇ ਨਾਲ ਦੀ ਨਾਲ ਆਪਾਂ ਹਰਕੀਰਤ ਜੀ ਇਹ ਵੀ ਨਾਲ ਆਪਾਂ ਜੋੜ ਦਈਏ ਵੀ ਜਿਹੜਾ ਇਹ ਪ੍ਰੋਟੈਸਟ ਹੋਇਆ ਇਸ ਤੋਂ ਬਾਅਦ ਜਿਹੜੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਡੋਨਲਡ ਟਰੰਪ, ਉਹਨਾਂ ਨੇ ਇਹਦੀ ਸਪੋਰਟ ਕੀਤੀ ਹੈ ਤੇ ਦੂਸਰੇ ਹੁਣ ਜਿਹੜੇ ਵੱਡੇ ਇੰਡਸਟਰੀਅਲਿਸਟ ਨੇ ਤੇ ਜਿਹੜੇ ਟੈਸਲਾ ਦੇ ਮਾਲਕ ਨੇ ਐਲਨ ਮਸਕ, ਉਹਨਾਂ ਨੇ ਵੀ ਇਹਦੀ ਜਿਹੜੀ ਸਪੋਰਟ ਕੀਤੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਪਹਿਲਾਂ ਤਾਂ ਸਿਮਰਤ ਜੀ ਇੱਕ ਆਪਾਂ ਜਿਹੜੀ ਲੋਕਲ ਗੱਲ ਆਪਾਂ ਕਰਦੇ ਹੈਗੇ ਆ, ਹਾਂਜੀ, ਕਿ ਇਸ ਸਾਰੇ ਪ੍ਰੋਟੈਸਟ ਦੇ ਵਿੱਚ ਕਈ ਗੱਲਾਂ ਹੋਰ ਦੇਖਣ ਨੂੰ ਮਿਲੀਆਂ ਕਿ ਸਵਾਸਤਿਕਾ ਦਾ ਜਿਹੜਾ ਨਿਸ਼ਾਨ ਹੈ, ਹਾਂਜੀ, ਉਹਦੇ ਦੇ ਝੰਡੇ ਨਜ਼ਰ ਆਏ ਇਹਦੇ ਵਿੱਚ। ਫਿਰ ਜਿਹੜੀ ਵਾਈਟ ਸੁਪਰਮੇਸੀ ਦੇ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਝੰਡੇ 'ਚ ਨਜ਼ਰ ਆਏ ਹੈਗੇ ਨੇ, ਔਰ ਜਿਹੜੇ ਕਿ ਇਹ ਨਜ਼ਰ ਨਹੀਂ ਆਉਣੇ ਚਾਹੀਦੇ ਸੀ। ਜਗਮੀਤ ਸਿੰਘ ਜੀ ਨੇ ਇਹ ਵੀ ਗੱਲ ਕਹੀ ਸੀ ਕਿ ਜਿਹੜੇ ਸਵਾਸਤਿਕਾ ਦੇ ਝੰਡੇ ਹੈ ਨੇ ਜਾਂ ਕੋਈ ਵੀ ਸਿੰਬਲਿਜ਼ਮ ਹੈ ਜਿਹੜੀ ਉਹਨੂੰ ਬੈਨ ਕੀਤਾ ਜਾਵੇ। ਤਿੰਨ ਜਿਹੜੇ ਮੁੱਖ ਸਿੰਬਲ ਹੈ ਜਿਹੜੇ ਸਮਝਦੇ ਵੀ ਇਹ ਹੇਟ ਫੈਲਾਉਣ ਵਾਲੇ ਨੇ, ਜਿਵੇਂ ਤੁਸੀਂ ਗੱਲ ਕੀਤੀ, ਇੱਕ ਤਾਂ ਸਵਾਸਤਿਕਾ ਦਾ ਹੋ ਗਿਆ ਤੇ ਦੂਸਰਾ ਜਿਹੜੇ ਵਾਈਟ ਸੁਪਰਮੇਸੀ ਵਾਲੇ, ਤੇ ਤੀਸਰਾ ਕਿ ਜਿਹੜਾ ਕਨਫੈਡਰੇਸ਼ਨ ਦਾ ਫਲੈਗ ਹੈ, ਉਹ ਕਹਿੰਦੇ ਵੀ ਇਹਨਾਂ ਨੂੰ ਬੈਨ ਕਰਨਾ ਚਾਹੀਦਾ। ਬਿਲਕੁਲ, ਇਹਨੂੰ ਬੈਨ ਕਰਨਾ ਚਾਹੀਦਾ ਹੈਗਾ। ਸੋ ਇਹ ਜਿਹੜੀ ਗੱਲ ਹੈ ਸੀ, ਇਹ ਕਿਤੇ ਨਾ ਕਿਤੇ ਜਿਹੜੇ ਇਹੋ ਜਿਹੇ ਤੱਤਵ ਹੁੰਦੇ ਨੇ ਉਹ ਸਾਹਮਣੇ ਆਉਂਦੇ ਨੇ ਬਾਹਰ। ਠੀਕ ਹੈ, ਤੁਹਾਨੂੰ ਹਰ ਬੰਦੇ ਨੂੰ ਚਾਹੀਦਾ ਕਿ ਤੁਸੀਂ ਆਪਣੀ ਜਿਹੜੇ ਵਿਚਾਰ ਉਹ ਪ੍ਰਗਟ ਕਰ ਸਕਦੇ ਹੈਗੇ ਹੋ, ਲੇਕਿਨ ਇਹੋ ਜਿਹੇ ਮੌਕੇ 'ਤੇ ਇਹੋ ਜਿਹੇ ਜਿਹੜੇ ਨਿਸ਼ਾਨ ਨਜ਼ਰ ਆਉਣੇ ਉਹ ਕਿਤੇ ਨਾ ਕਿਤੇ ਡਿਸਟਰਬਿੰਗ ਹੋ ਜਾਂਦੇ ਨੇ ਉਸ ਚੀਜ਼ ਦੇ ਨਾਲ ਹੀ। ਸੋ ਇਹ ਮੈਂ ਤਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਦੇਖੋ ਇਹਦੇ ਨਾਲ ਜਦ ਟਰੰਪ ਸਾਹਿਬ ਨੇ ਇਹ ਗੱਲ ਕੀਤੀ ਕਿ ਠੀਕ ਹੈ ਮੈਂ ਉਹਨੂੰ ਸਪੋਰਟ ਕਰਦਾ, ਜਦ ਕਿ ਟਰੰਪ ਸਾਹਿਬ ਨੂੰ ਇਹ ਕੈਨੇਡਾ ਦਾ ਇੰਟਰਨਲ ਜਿਹੜਾ ਮਾਮਲਾ ਹੈ, ਸੋ ਉਹ ਠੀਕ ਹੈ, ਉਹ ਆਪਣੇ ਜੋ ਕੰਟਰੀ ਵਿੱਚ ਗੱਲ ਕਰਨ, ਠੀਕ ਹੈ, ਬਹੁਤ ਵਧੀਆ ਗੱਲ ਕਰਦੇ ਨੇ, ਇਟਸ ਓਕੇ। ਲੇਕਿਨ ਕਿਸੇ ਆਪਾਂ ਇਸ ਕੰਟਰੀ ਬਾਰੇ, ਇਹ ਖਾਸ ਕਰ ਇਸ ਮੁੱਦੇ ਬਾਰੇ ਗੱਲ ਕਰਨਾ, ਉਹਨਾਂ ਨੂੰ ਬਹੁਤ ਛੋਟੀ ਜਿਹੜੀ ਸੀ ਗੱਲ ਹੈ, ਉਹਨਾਂ ਨੂੰ ਐਡੀ ਵੱਡੇ ਸ਼ਖਸੀਅਤ ਹੋਣ ਦੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਉਹ ਚੀਜ਼ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਹੀ ਐਲਨ ਮਸਕ ਨੂੰ ਕਿ ਇਹ ਐਡੀ ਵੱਡੀ ਗੱਲ ਨਹੀਂ ਹੈਗੀ ਕਿ ਇੱਕ 5-7% ਜਿਹੜੇ ਹੈ ਨੇ ਟਰੱਕਰਸ ਜਿਹੜੇ ਉਹ ਗੱਲ ਕਰ ਰਹੇ ਨੇ, ਉਹਨਾਂ ਨੂੰ ਇਹ ਗੱਲ ਕਰਨੀ ਹੈ, ਤਾਂ ਉਹ ਵੀ ਇਹ ਗੱਲ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਸੀ ਕਿ ਉਹਨਾਂ ਦੀ ਇੱਕ ਵਰਲਡ ਸਿਨੈਰੀਓ 'ਤੇ ਉਹ ਲੀਡਰ ਨੇ। ਸੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਚੀਜ਼ ਇੰਟਰਫੇਅਰ ਕਰਨਾ ਚਾਹੀਦਾ ਸੀ। ਨਾਲੇ ਮੇਰਾ ਖਿਆਲ ਆਪਣੇ ਹਰਕੀਰਤ ਜੀ ਜੋ ਮੰਤਵ ਲੈ ਕੇ ਇਹ ਟਰੱਕਰਸ ਨੇ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ ਵੀ ਵੈਕਸੀਨ ਮੈਂਡੇਟ ਨੂੰ ਖਤਮ ਕਰਨਾ ਜਾਂ ਹੋਰ ਜਿਹੜੇ ਪਾਬੰਦੀਆਂ ਨੇ,
ਉਹ ਜੋ ਹੁਣ ਇਹ ਧਾਰਨ ਕਰ ਗਿਆ, ਮੇਰੇ ਖਿਆਲ ਐਡੀ ਵੱਡੀ ਲੋੜ ਨਹੀਂ ਸੀ ਇੰਨਾ ਕੁਝ ਕਰਨ ਦੀ। ਦੂਸਰੀ ਗੱਲ ਇਹ ਹੈ ਕਿ ਅਸੀਂ ਮੋਟਿਵ ਕੀ ਸੀ ਸਾਡਾ? ਮੋਟਿਵ ਸਾਡਾ ਇਹ ਸੀ ਕਿ ਜਿਹੜੀ ਕੈਨੇਡੀਅਨ ਇਕਨੋਮੀ ਹੈ, ਕੈਨੇਡੀਅਨ ਜਿਹੜੀ ਆਮ ਜਨਤਾ ਹੈ, ਉਹਨੂੰ ਸਹੂਲੀਅਤ ਦਿੱਤੀ ਜਾਵੇ ਤਾਂ ਕਿ ਜਿਹੜੀ ਸਾਡੀ ਸਪਲਾਈ ਚੇਨ ਹੈ ਉਹ ਨਾ ਟੁੱਟੇ, ਔਰ ਜਿਹੜੀਆਂ ਸਾਡੀਆਂ ਜੌਬਸ ਨੇ ਉਹਨਾਂ ਨੂੰ ਅਸੀਂ ਰਿਟੇਨ ਕਰ ਸਕੀਏ ਔਰ ਆਮ ਲੋਕ ਸਸਟੇਨ ਕਰ ਸਕਣ ਇਹ ਸਾਰੀ ਚੀਜ਼ ਨੂੰ ਪੈਂਡੇਮਿਕ ਦੇ ਜਿਹੜੇ ਵੀ ਹੈ ਸੀ। ਹੁਣ ਇਹ ਲੋਕ ਕਹਿ ਰਹੇ ਨੇ ਕਿ ਠੀਕ ਹੈ ਵੀ ਜਿਹੜਾ ਪੈਸਾ ਆ ਰਿਹਾ ਹੈਗਾ ਜਾਂ ਜਿਹੜਾ ਪੈਸਾ ਦਿੱਤਾ ਜਾ ਰਿਹਾ ਕੈਨੇਡੀਅਨ ਗਵਰਨਮੈਂਟ ਨੇ ਆਮ ਜਨਤਾ ਨੂੰ, ਉਹ ਕਿੱਥੋਂ ਆ ਰਿਹਾ ਹੈਗਾ? ਸੋ ਅਲੱਗ-ਅਲੱਗ ਲੋਕਾਂ ਦੇ ਅਲੱਗ-ਅਲੱਗ ਸਵਾਲ ਹੋ ਸਕਦੇ ਨੇ, ਲੇਕਿਨ ਪਰ ਇਹ ਜ਼ਰੂਰੀ ਨਹੀਂ ਹੈ ਕਿ ਹਰ ਸਵਾਲ ਦਾ ਜਿਹੜਾ ਇੱਕ ਜਵਾਬ ਇੱਕ ਹਰ ਇੱਕ ਬੰਦੇ ਨੂੰ ਦਿੱਤਾ ਜਾਵੇ। ਤੁਹਾਡੇ ਰਾਈਟ ਆਫ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਉਹ ਲੈ ਸਕਦੇ ਹੋ। ਕੈਨੇਡਾ ਵਿੱਚ ਤਾਂ ਇਹ ਬਹੁਤ ਵੱਡੀ ਸਹੂਲੀਅਤ ਹੈ ਉਸ ਚੀਜ਼ ਦੀ। ਹਾਂਜੀ। ਸੋ ਇਹ ਜਿਹੜੀ ਗੱਲ ਕਰਨੀ ਕਿ ਠੀਕ ਹੈ ਜੀ ਇਹ ਜੇ ਇੰਨੇ ਇੱਕ ਨਾਰਮਲ ਮੋਟਿਵ ਨੂੰ ਲੈ ਕੇ ਚੱਲਣਾ ਔਰ ਉਹਨੂੰ ਇਸ ਤਰ੍ਹਾਂ ਦਾ ਰੂਪ ਲੈ ਲੈਣਾ, ਤਾਂ ਇਹ ਬੜਾ ਅਜੀਬ ਜੀ ਗੱਲ ਹੋ ਜਾਂਦੀ ਹੈਗੀ ਹੈ, ਖਾਸ ਕਰ ਇਹੋ ਜਿਹੇ ਕੰਟਰੀ ਜਿਹੜੇ ਡਿਵੈਲਪਡ ਕੰਟਰੀ ਹੈ ਨੇ। ਮੈਂ ਮੰਨਦਾ ਕਿ ਜਿਹੜੇ ਥਰਡ ਵਰਲਡ ਕੰਟਰੀਜ਼ ਹੈ ਨੇ, ਜਿੱਥੇ ਤੱਕ ਕਿ ਆਮ ਹਮੇਸ਼ਾ ਹੀ ਮੁੱਦੇ ਨੂੰ ਭਟਕਾਇਆ ਜਾਂਦਾ ਹੈਗਾ ਔਰ ਉਹਨਾਂ ਦੇ ਵਿੱਚ ਇਨਫਲੇਟ ਕੀਤੀ ਜਾਂਦੀ ਹੈਗੀ ਹੈ, ਔਰ ਉਹ ਇਨਫਲੇਟ ਕਰਕੇ ਉਹ ਇਹੋ ਜਿਹੀ ਇੱਕ ਮੁੱਦੇ ਨੂੰ ਇੰਨਾ ਫੀਬਲ ਕਰ ਦਿੱਤਾ ਜਾਂਦਾ ਜਿੱਥੇ ਕਿ ਉਹਦਾ ਬਾਅਦ 'ਚ ਉਹਦੀ ਮੋਟੀਵੇਸ਼ਨ ਹੀ ਖਤਮ ਹੋ ਜਾਂਦੀ ਹੈਗੀ ਹੈ। ਉਹਦਾ ਜਿਹੜਾ ਐਕਚੁਅਲ ਰੀਜ਼ਨ ਹੁੰਦਾ, ਜਿੱਥੇ ਜੋ ਰੀਜ਼ਨ ਵਾਸਤੇ ਸਟਾਰਟ ਹੋਇਆ ਹੁੰਦਾ, ਉਹ ਕਿਤੇ ਨਜ਼ਰ ਹੀ ਨਹੀਂ ਆਉਂਦਾ ਹੁੰਦਾ। ਲੇਕਿਨ ਮੈਂ ਇਹ ਚਾਹੁੰਦਾ ਕਿ ਜਾਂ ਮੈਂ ਸੋਚਦਾ ਸੀ ਕਿ ਇਸ ਕੰਟਰੀ ਡਿਵੈਲਪ ਜਿਹੜੇ ਕੰਟਰੀ ਹੈ ਨੇ, ਜਿੱਥੇ ਸਾਨੂੰ ਪਤਾ ਹੁੰਦਾ ਕਿ ਸਾਡਾ ਟੀਚਾ ਕੀ ਹੈ, ਅਸੀਂ ਕਿੱਥੋਂ ਚੱਲੇ ਤੇ ਕਿੱਥੇ ਪਹੁੰਚਣਾ ਹੈਗਾ, ਔਰ ਉਹਦੀ ਪੂਰੀ ਰੂਪ ਰੇਖਾ ਜਿਹੜੀ ਪਹਿਲਾਂ ਬਣੀ ਹੋਈ ਹੁੰਦੀ ਹੈ, ਔਰ ਜੋ ਸਾਨੂੰ ਚਾਹੀਦਾ ਹੁੰਦਾ ਉਹ ਅਸੀਂ ਬਹੁਤ ਡਾਇਰੈਕਟਲੀ, ਬਹੁਤ ਬਲੰਟਲੀ ਅਸੀਂ ਦੱਸਦੀ ਹਾਂ ਗਵਰਨਮੈਂਟ ਨੂੰ, ਔਰ ਗਵਰਨਮੈਂਟ ਵੀ ਉਹਦੇ ਤੇ ਕਿਤੇ ਨਾ ਕਿਤੇ ਜਾ ਕੇ ਵਿਚਾਰ ਕਰਦੀ ਆ। ਬੈਠਦੇ ਨੇ ਦੋ ਟੇਬਲ ਤੇ ਬੈਠ ਕੇ ਉਹ ਚੀਜ਼ ਨੂੰ ਸੁਲਝਾਇਆ ਜਾਂਦਾ ਹੈ। ਲੇਕਿਨ ਮੈਂ ਇੱਥੇ ਇਹ ਚੀਜ਼ ਮੈਂ ਦੇਖਣ ਦੀ ਕੋਸ਼ਿਸ਼ ਕੀਤੀ ਹੈ, ਮੈਂ ਦੇਖਿਆ ਹੈਗਾ ਕਿ ਸਰਕਾਰ ਨੇ ਵੀ ਹਜੇ ਤੱਕ ਕੋਈ ਉਹਨਾਂ ਨਾਲ ਗੱਲ ਨਹੀਂ ਕੀਤੀ ਹੈਗੀ। ਬਿਲਕੁਲ। ਟਰੂਡੋ ਸਾਹਿਬ ਨੇ ਵਿੱਚ ਇਹ ਵੀ ਗੱਲ, ਕੱਲ੍ਹ ਉਹਨਾਂ ਦਾ ਇੱਕ ਬਿਆਨ ਇਹ ਆਇਆ ਕਿ ਅਸੀਂ ਇੱਥੇ ਆਰਮੀ ਨੂੰ ਨਹੀਂ ਲਾਵਾਂਗੇ ਇਹਨੂੰ ਸਫਾਈ ਕਰਨ ਵਾਸਤੇ, ਜੋ ਡਾਊਨਟਾਊਨ ਇਹਨਾਂ ਨੇ ਆਟਵਾ ਦੀ ਗੱਲ ਹੋਈ ਹੈ ਜਾਂ ਉੱਥੇ ਸਾਰੀ ਗੱਲ ਹੈ। ਸੋ ਉਹਨਾਂ ਨੇ ਇਹ ਵੀ ਗੱਲ ਨਹੀਂ ਕੀਤੀ ਕਿ ਠੀਕ ਹੈ, ਹਾਂ ਉਹਨਾਂ ਨੇ ਉੱਥੇ ਦੇ ਮੇਅਰ ਨੇ ਇਹ ਗੱਲ ਜ਼ਰੂਰ ਕੀਤੀ ਹੈ ਕਿ ਸਾਨੂੰ 2000 ਐਕਸਟਰਾ ਪੁਲਿਸ ਆਫੀਸਰਸ ਦੀ ਲੋੜ ਹੈ ਤਾਂ ਕਿ ਅਸੀਂ ਇਹਨਾਂ ਨੂੰ ਡਾਊਨਟਾਊਨ ਟੋਰਾਂਟੋ ਜੋ ਮੈਸ ਹੈ ਉਹਨੂੰ ਕਲੀਅਰ ਕੀਤਾ ਜਾ ਸਕੇ। ਹਾਂਜੀ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਹੁਣ ਇਹ ਜਦ ਕਿ 2 ਵੀਕ ਦੇ ਤਕਰੀਬਨ ਹੋਣ ਵਾਲੇ ਨੇ, ਸੋ ਟਰੱਕਰਸ ਨੂੰ ਵੀ ਇਹ ਗੱਲ ਜ਼ਰੂਰ ਚਾਹੀਦੀ ਹੈ ਕਿ ਆਪਣਾ ਜੋ ਮੋਟਿਵ ਲੈ ਕੇ ਚੱਲੇ ਸੀ ਉਸ ਚੀਜ਼ ਨੂੰ ਸਰਕਾਰ ਦੇ ਪ੍ਰੋਪਰ ਤਰੀਕੇ ਦੇ ਅੱਗੇ ਨਾਲ ਰੱਖਣ ਤਾਂ ਕਿ ਉਹਦਾ ਕੋਈ ਰਿਜ਼ਲਟ ਨਿਕਲੇ ਜਾਵੇ। ਤਾਂ ਅਦਰਵਾਈਜ਼ ਇਹ ਜੇ ਇਹਦਾ ਰਿਜ਼ਲਟ ਨਿਕਲੇ ਬਗੈਰ ਇਸ ਚੀਜ਼ ਨੂੰ ਸਾਰਾ ਖਤਮ ਹੋ ਜਾਂਦਾ ਹੈਗਾ, ਤਾਂ ਫਿਰ ਇਹ ਤਾਂ ਸਾਰਾ ਜਿਹੜਾ ਐਗਜ਼ਾਮਪਲ ਜਿਹੜੀ ਸੈੱਟ ਹੋਏਗੀ ਉਹ ਬਹੁਤ ਵਧੀਆ ਨਹੀਂ ਹੋਏਗੀ ਉਸ ਚੀਜ਼ ਦੀ। ਅੱਛਾ ਹਰਗਿਰੀ, ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ ਵੀ ਕੁਝ ਜਿਹੜੇ ਮੀਡੀਆ ਦੇ ਵਿੱਚ ਇਹ ਵੀ ਖਬਰਾਂ ਨੇ ਵੀ ਜਦੋਂ ਭਾਰਤ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਤੇ ਟਰੂਡੋ ਸਾਹਿਬ ਨੇ ਬੜੇ ਉਹਦੇ ਤੇ ਬਿਆਨ ਦਿੱਤੇ ਸੀਗੇ ਤੇ ਬੜਾ ਖੁੱਲ੍ਹ ਕੇ ਬੋਲੇ ਸੀ ਉਹਦੇ ਤੇ ਹੁਣ ਜਿਹੜਾ ਕਿ ਕੈਨੇਡਾ ਦੇ ਵਿੱਚ ਉਹਨਾਂ ਦੇ ਰਾਜਧਾਨੀ ਓਟਵਾ ਦੇ ਵਿੱਚ ਜਿਹੜਾ ਐਡਾ ਵੱਡਾ ਪ੍ਰੋਟੈਸਟ ਹੋ ਰਿਹਾ ਤੇ ਉਹਦੇ ਤੇ ਉਹ ਚੁੱਪ ਧਾਰੀ ਬੈਠੇ ਨੇ। ਬਿਲਕੁਲ। ਚਾਹੇ ਮੈਂ ਕੁਝ ਐਨਾਲਿਸਿਸ ਜਿਹੜੇ ਹੈ ਨੇ ਉਹ ਇੰਡੀਆ ਦੇ ਵੀ ਦੇਖ ਰਿਹਾ ਸੀ। ਹਾਂਜੀ। ਜਿਹੜੇ ਉੱਥੇ ਦੇ ਨੈਸ਼ਨਲ ਨਿਊਜ਼ ਐਂਕਰ ਉਹਨਾਂ ਨੇ ਕੁਝ ਇਸ ਬਾਰੇ ਗੱਲ ਕੀਤੀ ਸੀ ਕਿ ਠੀਕ ਹੈ ਜੀ, ਹੁਣ ਤੱਕ ਤਾਂ ਟਰੂਡੋ ਸਾਹਿਬ ਜਦ ਜਿਹੜਾ ਕਿਸਾਨ ਅੰਦੋਲਨ ਦੇ ਉਹ ਬਾਰੇ ਜ਼ਰੂਰ ਗੱਲ ਕਰਦੇ ਸੀ, ਉਹਨੇ ਕਈ ਬਿਆਨ ਵੀ ਆਏ ਸੀ ਵੀ ਹੁਣ ਉਹ ਕਿਉਂ ਨਹੀਂ ਬੋਲ ਰਹੇ ਹੈਗੇ। ਸੋ ਇਹ ਉਹਨਾਂ ਨੂੰ ਇਹ ਗੱਲ ਜ਼ਰੂਰ ਬੋਲਣੀ ਚਾਹੀਦੀ ਸੀ, ਚਾਹੇ ਉਹ ਨੈਗੇਟਿਵ ਜਾਂ ਪੋਜ਼ਿਟਿਵ ਜੋ ਵੀ ਸੀ, ਜਾਂ ਆਪਣੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਚੀਜ਼ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਸੀ ਟਰੂਡੋ ਸਾਹਿਬ ਦੇ ਉੱਪਰ, ਤਾਂ ਕਿ ਕੱਲ੍ਹ ਨੂੰ ਕੋਈ ਵੀ ਇਹ ਇਹੋ ਜਿਹਾ ਸਵਾਲ ਨਾ ਉੱਠਦਾ। ਹਾਂਜੀ। ਲੇਕਿਨ ਉਹਨਾਂ ਨੇ ਉਹ ਹਫ਼ਤੇ ਵਾਸਤੇ ਸ਼ਾਇਦ ਉਹਨਾਂ ਨੂੰ ਕੋਵਿਡ ਪੋਜ਼ਿਟਿਵ ਹੋ ਗਿਆ ਸੀ, ਦੈਨ ਉਹ ਚਲੇ ਗਏ ਸੀ, ਔਰ ਉਹ ਮੰਡੇ ਜਦ ਆਏ ਕੱਲ੍ਹ ਤੇ ਉਹਨਾਂ ਨੇ ਆਪਣਾ ਉਸ ਜਿਹੜਾ ਬਿਆਨ ਦਿੱਤਾ ਸੀ ਜ਼ਰੂਰ ਉਸ ਚੀਜ਼ ਬਾਰੇ। ਮੇਰਾ ਖਿਆਲ ਕਿਉਂਕਿ ਜਿਹੜੇ ਜਸਟਿਨ ਟਰੂਡੋ ਨੇ ਦੂਸਰੀ ਵਾਰੀ ਇਹ ਕੁਆਰੰਟੀਨ ਦੇ ਵਿੱਚ ਗਏ ਨੇ, ਪਹਿਲਾਂ ਵੀ ਜਦੋਂ ਕੁਆਰੰਟੀਨ ਦੇ ਵਿੱਚ ਗਏ ਸੀ ਤੇ ਉਹ ਲਗਾਤਾਰ ਆਪਣਾ ਉੱਥੋਂ ਕੰਮ ਕਰਦੇ ਰਹੇ ਨੇ। ਹਾਂਜੀ। ਸੋ ਮੇਰਾ ਖਿਆਲ ਇਹ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਇਹ ਜਸਟੀਫਿਕੇਸ਼ਨ ਦੇਣੀ ਇਹਦੀ ਬੜੀ ਔਖੀ ਹੈ, ਕਿਉਂਕਿ ਉਹਨਾਂ ਨੂੰ ਘੱਟੋ ਘੱਟ ਕੋਈ ਨਾ ਕੋਈ ਇਸ 'ਤੇ ਬਿਆਨ ਜ਼ਰੂਰ ਦੇਣਾ ਚਾਹੀਦਾ ਸੀਗਾ। ਇਸ ਨੂੰ ਇਸ ਤਰ੍ਹਾਂ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਐਡਾ ਵੱਡਾ ਜਿਹੜਾ ਪ੍ਰੋਟੈਸਟ ਹੋਇਆ ਵੀ ਪ੍ਰਧਾਨ ਮੰਤਰੀ ਜਾਂ ਸਰਕਾਰ ਵੱਲੋਂ ਉਸ ਦੇ ਉੱਤੇ ਕੋਈ ਗੱਲਬਾਤ ਹੀ ਨਾ ਹੋਈ ਹੋਵੇ। ਸਮਰ ਜੀ, ਹੁਣ ਉਹ ਟਾਈਮ ਨਹੀਂ ਰਹੇ ਹੈਗੇ ਜਿੱਥੇ ਤੁਸੀਂ, ਮੈਂ ਹਮੇਸ਼ਾ ਹੀ ਗੱਲ ਕਰਦਾ ਥਰਡ ਵਰਲਡ ਕੰਟਰੀਜ਼ ਵਿੱਚ ਤਾਂ ਇਹ ਆਮ ਧਾਰਨਾ ਹੁੰਦੀ ਹੈਗੀ ਹੈ ਕਿ ਐਵਰੀਥਿੰਗ ਅੰਡਰ ਦਾ ਕਾਰਪੇਟ। ਹੁਣ ਉਹ ਗੱਲਾਂ ਨਹੀਂ ਹੋ ਸਕਦੀਆਂ ਹੈਗੀਆਂ ਬਿਕੋਜ਼ ਜਿਹੜਾ ਸੋਸ਼ਲ ਮੀਡੀਆ ਜਾਂ ਫਲੋ ਆਫ ਇਨਫੋਰਮੇਸ਼ਨ ਇੰਨਾ ਜ਼ਿਆਦਾ ਸਟਰੋਂਗ ਹੈ। ਹਾਂਜੀ। ਫਲੋ ਆਫ ਇਨਫੋਰਮੇਸ਼ਨ ਦੇ ਉੱਪਰ ਆਪਾਂ ਅੱਜ ਜੇ ਆਪਾਂ ਗੱਲ ਕਰੀਏ ਤਾਂ ਜੋ ਅੱਜ ਜਿੱਥੇ ਚੀਜ਼ ਵਾਪਰਦੀ ਹੈ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਸਾਰੀ ਵਰਲਡ ਦੇ ਵਿੱਚ ਫੈਲ ਜਾਂਦੀ ਹੈ ਉਸ ਚੀਜ਼ ਦੇ ਵਿੱਚ। ਸੋ ਇਟ ਇਜ਼ ਸੋ ਫੈਸਟ ਕਿ ਅਸੀਂ ਉਹਨੂੰ ਅਣਗੌਲਿਆ ਨਹੀਂ ਕਰ ਸਕਦੇ ਹੈ। ਸੋ ਸਾਨੂੰ ਉਸ 'ਤੇ ਆਪਣਾ ਕੋਈ ਨਾ ਕੋਈ ਕੰਕਰੀਟ ਆਪਾਂ ਨੂੰ ਵਿਚਾਰ ਆਪਾਂ ਨੂੰ ਦੇਣੇ ਹੀ ਪੈਂਦੇ ਨੇ।
ਭਾਵੇਂ ਉਹ ਡਿਸੀਜਨ ਬਹੁਤ ਲੰਬਾ ਹੋ ਜਾਂਦਾ ਉਸ ਚੀਜ਼ ਦੇ ਉੱਪਰ, ਬਹੁਤ ਦੇਰ ਨਾਲ ਆਉਂਦਾ ਹੈਗਾ, ਲੇਕਿਨ ਜਦ ਤੱਕ ਆਪਾਂ ਉਹ ਗੱਲ ਕਰਦੇ ਰਹਿਣਾ ਚਾਹੀਦਾ ਹੈਗਾ। ਉਹ ਤੁਹਾਡੇ ਆਪਸ ਵਿੱਚ ਜਿਹੜਾ ਹੈ ਫਲੋ ਐਕਸਚੇਂਜ ਆਫ ਜਿਹੜੇ ਇਨਫੋਰਮੇਸ਼ਨ ਉਹ ਜ਼ਰੂਰ ਹੋਣੀ ਚਾਹੀਦੀ ਹੈਗੀ ਕਿਸੇ ਵੀ ਪਾਰਟੀ ਦੇ ਨਾਲ। ਸੋ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਟਰੱਕਰਸ ਨੂੰ ਇਹ ਚੀਜ਼ ਮਹਿਸੂਸ ਹੋਈ ਕਿ ਸਾਡੇ ਨਾਲ ਉਹ ਗੱਲ ਨਹੀਂ ਕਰ ਰਹੇ ਹੈਗੇ। ਤੋ ਤਦ ਹੀ ਉਹ ਚੀਜ਼ ਦੇ ਵਿੱਚ ਜਿਹੜੀ ਵਾਇਲੈਂਟ ਹੈ, ਉਹ ਕਹਿੰਦੇ ਨੇ ਵੀ, ਜਦ ਮੈਂ ਉਹਦੇ ਦੇਖ ਰਿਹਾ ਸੀ ਉਹਦੇ ਇੰਟਰਵਿਊਜ਼ ਵਗੈਰਾ ਟਰੱਕਰ ਦੀ, ਉਹ ਇਹ ਕਹਿ ਰਹੇ ਸੀ ਕਿ ਅਸੀਂ ਆਪਣੀ ਆਵਾਜ਼ ਨੂੰ ਸੁਣਾਉਣ ਵਾਸਤੇ ਇੱਥੇ ਆਏ ਹਾਂ ਕਿਉਂਕਿ ਸਾਡੀ ਆਵਾਜ਼ ਸੁਣੀ ਨਹੀਂ ਜਾ ਰਹੀ ਸੀ। ਔਰ ਇਹਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਮੈਂ ਨਿਕਲ ਕੇ ਆਈ ਹੈ ਸਿਮਰਤ ਜੀ, ਮੈਂ ਇਹ ਜ਼ਰੂਰ ਕਰਨੀ ਚਾਹਾਂਗਾ ਕਿ ਬਹੁਤ ਸਾਰੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਹੋਰ ਲੋਕ ਨੇ, ਖਾਸ ਕਰਕੇ ਜਿਹੜੇ ਸਾਊਥ ਏਸ਼ੀਅਨ ਨੇ ਜਾਂ ਹੋਰ, ਕਿਉਂਕਿ ਟਰੱਕਿੰਗ ਇੰਡਸਟਰੀ ਜਿਹੜੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਸਾਡੇ ਜਿਹੜੇ ਇੰਡੀਅਨ ਭਾਈਚਾਰੇ ਦੇ ਲੋਕ ਨੇ, ਪੰਜਾਬੀ ਭਾਈਚਾਰੇ ਦੇ ਲੋਕ ਹੈ ਨੇ, ਉਹ ਇਹਦੇ 'ਚ ਆਪਣਾ ਇਹਦੇ 'ਚ ਰੋਜੀ ਰੋਟੀ ਕਮਾ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਅਸਲੀ ਟਰੱਕਿੰਗ ਦੇ ਮੁੱਦੇ ਹੈ ਨੇ ਉਹਨਾਂ ਨੂੰ ਤਾਂ ਇਸ ਚੀਜ਼ ਗੱਲ ਨਹੀਂ ਕੀਤੀ ਜਾ ਰਹੀ ਹੈਗੀ ਆ। ਹਾਂ, ਇਹ ਕਾਫੀ ਵੱਡਾ ਮੁੱਦਾ ਹੈ ਜੀ ਇਹ। ਹਾਂਜੀ, ਇਹਦੇ 'ਚ ਆਪਾਂ ਕਿਸ ਟਾਈਮ ਬਹੁਤ ਬਾਅਦ ਵਿੱਚ ਗੱਲ ਵੀ ਇੱਕ ਪ੍ਰੋਗਰਾਮ ਵੀ ਕਰਾਂਗੇ ਜਿਹਦੇ ਉੱਪਰ ਕਿ ਐਕਚੁਅਲ ਟਰੱਕਿੰਗ ਜਿਹੜੇ ਮੇਰੇ ਵੀਰ ਨੇ ਉਹ ਟਰੱਕਿੰਗ ਇੰਡਸਟਰੀ 'ਚ ਹੈ ਨੇ, ਉਹਨਾਂ ਨੂੰ ਕੀ ਪ੍ਰੋਬਲਮਸ ਆਉਂਦੀਆਂ ਨੇ, ਕਿ ਕਿੱਦਾਂ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਂਦਾ ਹੈਗਾ, ਕਿਹੜੀਆਂ ਵੱਡੀਆਂ ਕੰਪਨੀਆਂ ਜਾਂ ਜਿਹੜੀ ਛੋਟੀਆਂ ਕੰਪਨੀਆਂ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਆਉਣਾ ਚਾਹੀਦਾ। ਸੋ ਉਸ ਚੀਜ਼ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ ਹੈਗਾ। ਬਿਲਕੁਲ। ਸੋ ਜੋ ਗੱਲ ਕਰ ਰਹੇ ਨੇ ਉਹ ਆਮ ਜਿਹੜੇ ਰੂਟ ਲੈਵਲ ਤੇ ਉਹਦਾ ਕੋਈ ਲੌਜਿਕ ਨਹੀਂ ਬਣਦਾ ਹੈਗਾ। ਸੋ ਕਿਤੇ ਨਾ ਕਿਤੇ ਇਹ ਸਾਰਾ ਜਿਹੜਾ ਇਹ ਮੈਸੇਜ ਇਸ ਤਰ੍ਹਾਂ ਦਾ ਹੋ ਗਿਆ, ਲੋਕਾਂ ਨੂੰ ਇਹ ਨਹੀਂ ਸਮਝ ਆ ਰਿਹਾ ਹੈ ਕਿ ਅਸੀਂ ਕਿਹਨੂੰ ਸਪੋਰਟ ਕਰੀਏ, ਕਿ ਇਹ ਵਾਕਈ ਸਹੀ ਹੈ ਜਾਂ ਵਾਕਈ ਗਲਤ ਹੈ। ਮੈਨੂੰ ਗੱਲ ਹੁਣ ਇਹ ਵੀ ਗੱਲ ਹੋ ਗਈ ਹੈ ਵੀ ਜਿਹੜਾ ਨੇ ਇਹ ਪ੍ਰੋਟੈਸਟ ਸ਼ੁਰੂ ਕੀਤਾ ਸੀਗਾ, ਹੁਣ ਆਟੋਵਾ ਜਾ ਕੇ ਬੈਠੇ ਨੇ, ਉਹਨਾਂ ਨੂੰ ਇਹ ਨਹੀਂ ਸਮਝ ਆ ਰਿਹਾ ਹੋਣਾ ਵੀ ਹੁਣ ਸਮੇਟੀਏ ਕਿਵੇਂ। ਬਿਲਕੁਲ, ਵੀ ਇਹਦਾ ਐਕਚੁਅਲੀ ਇਹਨੂੰ ਕਲੋਜ਼ ਕਿਵੇਂ ਕੀਤਾ ਜਾਵੇ, ਇਹਦਾ ਕੰਕਰੀਟ ਐਂਡਿੰਗ ਕੀਤੀ ਜਾਵੇ ਉਸ ਚੀਜ਼ ਦਾ। ਸੋ ਇਹ ਹੁਣ ਸਰਕਾਰ ਨੂੰ ਔਰ ਜਿਹੜੇ ਮੇਰੇ ਟਰੱਕਿੰਗ ਵਾਲੇ ਵੀਰ ਨੇ ਉਹਨਾਂ ਨੂੰ ਇਹ ਬੈਠ ਕੇ ਜ਼ਰੂਰ ਕਰਨਾ ਚਾਹੀਦਾ ਕਿ ਜੋ ਇਸ ਚੀਜ਼ ਵਿੱਚੋਂ ਜਿਹੜਾ ਐਡਾ ਬੜਾ ਇਹ ਪ੍ਰੋਟੈਸਟ ਹੋਇਆ ਹੈਗਾ, ਇਹਦੇ 'ਚੋਂ ਪੋਜ਼ੀਟਿਵ ਚੀਜ਼ ਰਿਜ਼ਲਟ ਨਿਕਲਣਾ ਹੀ ਚਾਹੀਦਾ ਹੈਗਾ। ਜੇ ਨਹੀਂ ਨਿਕਲੇਗਾ ਤਾਂ ਕਿਤੇ ਨਾ ਕਿਤੇ ਦੋਨੇ ਧਿਰਾਂ ਨੂੰ ਨੁਕਸਾਨ ਹੋਏਗਾ ਇਸ ਚੀਜ਼ ਦਾ। ਬਿਲਕੁਲ ਜੀ। ਹਰਕੀਰਤ ਜੀ, ਅੱਜ ਦੀ ਚਰਚਾ ਵਿੱਚ ਸ਼ਾਮਲ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸਿਮਰਤ ਜੀ। ਤੁਸੀਂ ਦੇਖ ਰਹੇ ਸੀ ਸਟਾਰ ਟਾਕ। ਸਰਕਾਰ ਹੁਣ ਇਸ ਪ੍ਰੋਟੈਸਟ ਨੂੰ ਕਿਵੇਂ ਲੈਂਦੀ ਹੈ, ਕਿਵੇਂ ਇਹਦਾ ਹੱਲ ਕੱਢਦੀ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ। ਅਗਲੇ ਹਫ਼ਤੇ ਫਿਰ ਤੁਹਾਡੇ ਨਾਲ ਨਵੇਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।